ਪਿਛਲੇ 24 ਘੰਟਿਆਂ ਦੌਰਾਨ ਸਾਡੇ ਦੇਸ਼ ਵਿੱਚ ਇੱਕ ਨਵੀਂ ਚਰਚਾ ਚੱਲ ਪਈ ਹੈ। ਇੱਕ ਮੁੱਦੇ ਉੱਤੇ ਬਹਿਸ ਛਿੜ ਪਈ ਹੈ। ਦਰਅਸਲ ਡਾਲਰ ਦੇ ਮੁਕਾਬਲੇ ਰੁਪਈਏ ਦੀ ਕੀਮਤ ਜੋ ਹੇਠਾਂ ਆਈ ਹੈ ਅਤੇ ਡਾਲਰ ਜੋ ਲਗਾਤਾਰ ਮਜ਼ਬੂਤ ਹੁੰਦਾ ਗਿਆ ਹੈ, ਉਸ ਨੂੰ ਲੈ ਕੇ ਇੱਕ ਨਵੀਂ ਚਰਚਾ ਚੱਲ ਪਈ ਹੈ ਕਿ ਇਸ ਦੀ ਅਸਲੀਅਤ ਕੀ ਹੈ। ਬੀਤੇ ਕੁਝ ਘੰਟਿਆਂ ਦੌਰਾਨ ਦੇਸ਼ ਦੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਬਿਆਨ ਦੇ ਦਿੱਤਾ ਸੀ ਕਿ ਰੁਪਈਏ ਦੀ ਕੀਮਤ ਹੇਠਾਂ ਨਹੀਂ ਆਈ, ਰੁਪਈਆ ਕਮਜ਼ੋਰ ਨਹੀਂ ਹੋਇਆ, ਸਗੋਂ ਡਾਲਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਉਹਨਾਂ ਦਾ ਇਹ ਕਹਿਣਾ ਸੀ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਰੁਪਈਏ ਬਨਾਮ ਡਾਲਰ ਵਾਲੀ ਇਹ ਜੋ ਚਰਚਾ ਸੀ, ਇਹ ਜੋ ਬਹਿਸ ਸੀ, ਉਹ ਹੋਰ ਜ਼ਿਆਦਾ ਤੇਜ਼ ਹੋ ਗਈ ਹੈ। ਜਿੱਥੇ ਕੇਂਦਰੀ ਖਜ਼ਾਨਾ ਮੰਤਰੀ ਦੇ ਇਸ ਬਿਆਨ ਦੀ ਕਾਫੀ ਆਲੋਚਨਾ ਹੋ ਰਹੀ ਹੈ ਕਿ ਉਹਨਾਂ ਨੇ ਆਰਥਿਕ ਪਹਿਲੂਆਂ ਨੂੰ ਚੰਗੀ ਤਰ੍ਹਾਂ ਪੇਸ਼ ਨਹੀਂ ਕੀਤਾ ਅਤੇ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਦਿੱਤਾ, ਉੱਥੇ ਹੀ ਸਰਕਾਰ ਸੰਬੰਧੀ ਜੋ ਚਰਚਾ ਚੱਲ ਰਹੀ ਹੈ ਉਸ ਵਿੱਚ ਇੱਕ ਪਹਿਲੂ ਇਹ ਵੀ ਦਿੱਤਾ ਜਾ ਰਿਹਾ ਹੈ ਕਿ ਵਾਕਈ ਡਾਲਰ ਦੀ ਕੀਮਤ ਪਿਛਲੇ ਸਮਿਆਂ ਦੌਰਾਨ ਮਜ਼ਬੂਤ ਹੋਈ ਹੈ ਅਤੇ ਦੁਨੀਆ ਦੀਆਂ ਹੋਰ ਨਾਮਵਰ ਕਰੰਸੀਆਂ ਦੇ ਮੁਕਾਬਲੇ ਡਾਲਰ ਇਸੇ ਤਰ੍ਹਾਂ ਮਜ਼ਬੂਤ ਹੋ ਰਿਹਾ ਹੈ ਅਤੇ ਬਾਕੀ ਦੇਸ਼ਾਂ ਦੀਆਂ ਕਰੰਸੀਆਂ ਵੀ ਡਾਲਰ ਦੇ ਮੁਕਾਬਲੇ ਇਸੇ ਤਰ੍ਹਾਂ ਕੁਝ ਲੜਖੜਾਉਂਦੀਆਂ ਹੋਈਆਂ ਅਤੇ ਹੇਠਾਂ ਜਾਂਦੀਆਂ ਨਜ਼ਰ ਆ ਰਹੀਆਂ ਨੇ। ਆਓ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਇਸ ਮਸਲੇ ਸੰਬੰਧੀ ਦੋਨਾਂ ਪਹਿਲੂਆਂ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੇ ਇਸ ਬਿਆਨ ਦੀ ਆਲੋਚਨਾ ਜ਼ਿਆਦਾ ਇਸ ਕਰਕੇ ਵੀ ਹੋ ਰਹੀ ਹੈ ਕਿਉਂਕਿ ਜਦੋਂ ਉਹਨਾਂ ਨੂੰ ਵੱਧਦੀ ਮਹਿੰਗਾਈ ਬਾਰੇ ਪੁੱਛਿਆ ਗਿਆ ਸੀ ਤਾਂ ਉਹਨਾਂ ਇੱਕ ਵਾਰ ਇਹ ਕਹਿਤਾ ਸੀ ਕਿ ਉਹ ਤਾਂ ਪਿਆਜ਼ ਖਾਂਦੇ ਹੀ ਨਹੀਂ, ਇਹਨਾਂ ਚੀਜ਼ਾਂ ਦੀ ਵਰਤੋਂ ਹੀ ਨਹੀਂ ਕਰਦੇ। ਸੋ ਇਸ ਕਰਕੇ ਵੀ ਉਹਨਾਂ ਦੇ ਮੌਜੂਦਾ ਬਿਆਨ ਦੀ ਚਰਚਾ ਹੋਈ ਹੈ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਰੁਪਈਆ ਹੇਠਾਂ ਨਹੀਂ ਆਇਆ, ਸਗੋਂ ਡਾਲਰ ਉੱਪਰ ਨੂੰ ਜਾ ਰਿਹਾ ਹੈ ਅਤੇ ਨਾਲ ਦੀ ਨਾਲ ਰੁਪਈਏ ਦੀ ਹੇਠਾਂ ਆਉਂਦੀ ਕੀਮਤ ਅਤੇ ਡਾਲਰ ਦੇ ਮੁਕਾਬਲੇ ਰੁਪਈਏ ਦਾ ਕਮਜ਼ੋਰ ਹੋਣਾ ਇੱਕ ਆਰਥਿਕ ਨੀਤੀ ਉੱਤੇ ਵੱਡਾ ਸਵਾਲ ਵੀ ਬਣਦਾ ਜਾ ਰਿਹਾ ਸੀ। ਪਰ ਇਸ ਦਰਮਿਆਨ ਹੁਣ ਇੱਕ ਦੂਜਾ ਪਹਿਲੂ ਵੀ ਸਾਹਮਣੇ ਆ ਰਿਹਾ ਹੈ ਤੇ ਕੁਝ ਰਿਪੋਰਟਾਂ ਇਹ ਵੀ ਦੱਸ ਰਹੀਆਂ ਨੇ ਕਿ ਦੁਨੀਆ ਦੇ 200 ਤੋਂ ਵਧੇਰੇ ਦੇਸ਼ ਜਿਨ੍ਹਾਂ ਦੀ ਆਪਣੀ ਇੱਕ ਵਿਲੱਖਣ ਕਰੰਸੀ ਹੈ ਅਤੇ ਜਿਨ੍ਹਾਂ ਦੀ ਤੁਲਨਾ ਡਾਲਰ ਦੇ ਨਾਲ ਕੀਤੀ ਜਾ ਸਕਦੀ ਹੈ, ਉਹਨਾਂ ਸਾਰਿਆਂ ਦੀ ਕੀਮਤ ਵੀ ਡਾਲਰ ਦੇ ਮੁਕਾਬਲੇ ਇਸੇ ਤਰ੍ਹਾਂ ਕਮਜ਼ੋਰ ਹੋਈ ਹੈ। ਭਾਵ ਅਮਰੀਕਨ ਡਾਲਰ ਪਿਛਲੇ ਸਮਿਆਂ ਦੌਰਾਨ ਸਾਰੀਆਂ ਕਰੰਸੀਆਂ ਨਾਲੋਂ ਕੁਝ ਮਜ਼ਬੂਤ ਹੁੰਦਾ ਗਿਆ ਹੈ ਅਤੇ ਇਹ ਵਰਤਾਰਾ ਸਿਰਫ ਭਾਰਤੀ ਰੁਪਈਏ ਦੇ ਨਾਲ ਹੀ ਨਹੀਂ ਹੋ ਰਿਹਾ। ਡਾਲਰ ਅਤੇ ਰੁਪਈਏ ਤੋਂ ਇਲਾਵਾ ਜੇਕਰ ਹੋਰ ਤਿੰਨ ਨਾਮਵਰ ਅਤੇ ਮਜ਼ਬੂਤ ਕਰੰਸੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਨੇ ਬ੍ਰਿਟਿਸ਼ ਪਾਉਂਡ, ਯੂਰਪ ਦੀ ਕਰੰਸੀ ਯੂਰੋ ਅਤੇ ਜਾਪਾਨ ਦਾ ਯੈਨ। ਭਾਵ ਬ੍ਰਿਟਿਸ਼ ਪਾਉਂਡ, ਯੂਰੋ ਅਤੇ ਯੈਨ ਇਹ ਤਿੰਨ ਪ੍ਰਮੁੱਖ ਕਰੰਸੀਆਂ ਨੇ ਜਿਨ੍ਹਾਂ ਦੀ ਤੁਲਨਾ ਡਾਲਰ ਦੇ ਨਾਲ ਅਕਸਰ ਕੀਤੀ ਜਾਂਦੀ ਹੈ ਅਤੇ ਭਾਰਤੀ ਰੁਪਈਏ ਦੀ ਤੁਲਨਾ ਵੀ ਇਹਨਾਂ ਦੇ ਨਾਲ ਅਕਸਰ ਹੁੰਦੀ ਹੈ। ਹੁਣ ਜੇਕਰ ਪਿਛਲੇ 1 ਸਾਲ ਦੌਰਾਨ ਇਹਨਾਂ ਦੀ ਆਪਸ ਵਿੱਚ ਤੁਲਨਾ ਕੀਤੀ ਜਾਵੇ ਤਾਂ ਇਹ ਨਤੀਜੇ ਸਾਹਮਣੇ ਆਉਂਦੇ ਨੇ ਕਿ ਭਾਰਤ ਦਾ ਰੁਪਈਆ ਬ੍ਰਿਟੇਨ ਦੇ ਪਾਉਂਡ, ਜਾਪਾਨ ਦੇ ਯੈਨ ਅਤੇ ਯੂਰਪ ਦੀ ਕਰੰਸੀ ਯੂਰੋ ਦੇ ਮੁਕਾਬਲੇ ਮਜ਼ਬੂਤ ਹੋਇਆ ਹੈ। ਕੀਮਤ ਵਿੱਚ ਮਜ਼ਬੂਤੀ ਰਿਕਾਰਡ ਅਤੇ ਦਰਜ ਹੋਈ ਹੈ, ਜਦ ਕਿ ਦੂਜੇ ਬੰਨੇ ਇਹੀ ਤਿੰਨੋਂ ਕਰੰਸੀਆਂ ਭਾਵ ਬ੍ਰਿਟੇਨ ਦਾ ਪਾਉਂਡ, ਯੂਰਪ ਦਾ ਯੂਰੋ ਅਤੇ ਜਾਪਾਨ ਦੀ ਕਰੰਸੀ ਯੈਨ ਅਮਰੀਕਨ ਡਾਲਰ ਦੇ ਮੁਕਾਬਲੇ ਕੁਝ ਹੇਠਾਂ ਆਏ ਨੇ। ਸੋ ਇਸ ਦਾ ਭਾਵ ਇਹ ਦੱਸਿਆ ਜਾ ਰਿਹਾ ਹੈ ਕਿ ਅਮਰੀਕਨ ਡਾਲਰ ਦੁਨੀਆ ਦੀਆਂ ਹੋਰਨਾਂ ਕਰੰਸੀਆਂ ਦੇ ਮੁਕਾਬਲੇ ਵੀ ਕੁਝ ਬਿਹਤਰ ਪ੍ਰਦਰਸ਼ਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੂਰੀ ਦੁਨੀਆ ਵਿੱਚ ਤੇਲ ਦਾ ਜੋ ਕਾਰੋਬਾਰ ਹੁੰਦਾ ਹੈ ਉਹ ਆਮ ਤੌਰ ਤੇ ਅਮਰੀਕਨ ਡਾਲਰ ਦੀ ਕਰੰਸੀ ਵਿੱਚ ਹੀ ਚੱਲਦਾ ਹੈ ਅਤੇ ਨਾਲ ਦੀ ਨਾਲ ਭਾਰਤ ਵਿੱਚ ਇੰਪੋਰਟ ਯਾਨੀ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਦੀ ਗਿਣਤੀ ਵਧੀ ਹੈ ਅਤੇ ਐਕਸਪੋਰਟ ਭਾਵ ਬਾਹਰ ਭੇਜੀਆਂ ਜਾਣ ਵਾਲੀਆਂ ਚੀਜ਼ਾਂ ਦੇ ਅੰਕੜੇ ਕੁਝ ਘਟੇ ਨੇ। ਇਸ ਤਰੀਕੇ ਨਾਲ ਅਮਰੀਕਨ ਡਾਲਰ ਦੀ ਮੰਗ ਵੀ ਵਧੀ ਹੈ ਅਤੇ ਰੁਪਈਏ ਦੀ ਮੰਗ ਘਟੀ ਹੈ। ਸੋ ਅਜਿਹੀਆਂ ਕਈ ਚੀਜ਼ਾਂ ਨੂੰ ਮਿਲਾ ਕੇ ਰੁਪਈਏ ਅਤੇ ਡਾਲਰ ਦੀ ਕੀਮਤ ਵਿੱਚ ਫਰਕ ਨਜ਼ਰ ਆਉਂਦਾ ਵਿਖਾਈ ਦੇ ਰਿਹਾ ਹੈ। ਇਸ ਕਰਕੇ ਬਹੁਤ ਸਾਰੇ ਅਜਿਹੇ ਅੰਕੜੇ ਵੀ ਇੰਟਰਨੈਟ ਉੱਤੇ ਅਤੇ ਹੋਰ ਥਾਈਂ ਵੀ ਨਜ਼ਰ ਆ ਰਹੇ ਨੇ ਜੋ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੇ ਉਸ ਵਿਚਾਰ ਦੀ ਪ੍ਰੋੜਤਾ ਕਰਦੇ ਨੇ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਰੁਪਈਆ ਹੇਠਾਂ ਨਹੀਂ ਗਿਆ, ਸਗੋਂ ਡਾਲਰ ਲਗਾਤਾਰ ਉੱਪਰ ਵੱਲ ਨੂੰ ਵਧ ਰਿਹਾ ਹੈ। ਇਸ ਦੇ ਬਾਵਜੂਦ ਰੁਪਈਏ ਦੀ ਘਟਦੀ ਕੀਮਤ ਡਾਲਰ ਦੇ ਮੁਕਾਬਲੇ ਜੋ ਨਜ਼ਰ ਆ ਰਹੀ ਹੈ ਉਸ ਉੱਤੇ ਵੀ ਚਿੰਤਾ ਜ਼ਰੂਰ ਜ਼ਾਹਰ ਹੋ ਰਹੀ ਹੈ। ਸੋ ਕੁੱਲ ਮਿਲਾ ਕੇ ਇਸ ਪੂਰੇ ਵਰਤਾਰੇ ਉੱਤੇ ਦੋ ਵੱਖ-ਵੱਖ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਨੇ। ਇੱਕ ਵਿਚਾਰ ਇਹ ਕਹਿੰਦਾ ਕਿ ਡਾਲਰ ਦੇ ਮੁਕਾਬਲੇ ਰੁਪਈਆ ਕਮਜ਼ੋਰ ਹੋਇਆ, ਦੂਜਾ ਵਿਚਾਰ ਇਹ ਕਹਿੰਦਾ ਕਿ ਰੁਪਈਆ ਕਮਜ਼ੋਰ ਨਹੀਂ ਹੋਇਆ ਬਲਕਿ ਡਾਲਰ ਪਹਿਲਾਂ ਨਾਲੋਂ ਮਜ਼ਬੂਤ ਹੋਇਆ ਤੇ ਸਾਰੀਆਂ ਕਰੰਸੀਆਂ ਮੋਰੇ ਮਜ਼ਬੂਤ ਹੋਇਆ। ਹੁਣ ਇਹ ਸੀ ਇਸ ਪੂਰੇ ਵਰਤਾਰੇ ਦੇ ਦੋ ਪਹਿਲੂ। ਤੁਹਾਨੂੰ ਇਹਨਾਂ ਵਿੱਚੋਂ ਕਿਹੜਾ ਪਹਿਲੂ ਸਹੀ ਲੱਗਦਾ ਹੈ? ਤੁਹਾਡੇ ਮੁਤਾਬਕ ਰੁਪਈਆ ਕਮਜ਼ੋਰ ਹੋਇਆ ਜਾਂ ਡਾਲਰ ਮਜ਼ਬੂਤ ਹੋਇਆ?
ਤੁਸੀਂ ਇਹਦੇ ਕੀ ਕਾਰਨ ਸਮਝਦੇ ਹੋ? ਤੁਹਾਡੇ ਮੁਤਾਬਕ ਇਹਦੇ ਕੀ ਕਾਰਨ ਨੇ, ਕੀ ਅਸਲੀਅਤ ਹੈ? ਤੁਸੀਂ ਆਪਣੀ ਰਾਏ ਹੇਠਾਂ ਕਮੈਂਟਸ ਵਿੱਚ ਸਾਡੇ ਨਾਲ ਸਾਂਝੀ ਕਰ ਸਕਦੇ ਹੋ।